ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਜੁੜ ਬੈਠ ਕੇ ਫੇਸਬੁੱਕ ਲਾਈਵ ਦੇ ਰਾਹੀਂ ਗੁਰਬਾਣੀ ਵਿਚਾਰ ਐਪੀਸੋਡ ਆਪ ਤੱਕ ਪਹੁੰਚਾਏ ਜਾਂਦੇ ਹਨ, ਜਿਸ ਦੇ ਵਿੱਚ ਹੁਣ ਤੱਕ ਆਪਾਂ ਗੁਰਬਾਣੀ ਦੀ ਬੜੀ ਪਿਆਰੀ ਅੰਮ੍ਰਿਤਮਈ ਕਥਾ ਜੋ ਸ੍ਰੀ ਆਸਾ ਜੀ ਕੀ ਵਾਰ ਦੀ ਲੜੀਵਾਰ ਚੱਲ ਰਹੀ ਹੈ, ਜਿਸ ਨੂੰ ਆਪ ਜੀ ਦੇ ਰੂਬਰੂ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜ ਸਕੀਏ ਤੇ ਸਾਡੇ ਜੀਵਨ ਦੇ ਵਿੱਚ ਸੱਚ ਦੀ ਸਮੋਈ ਹੋ ਸਕੇ। ਕਿਉਂਕਿ ਜਿਹੜਾ ਇਹ ਜੀਵਨ ਹੈ ਸਾਡਾ, ਇਹ ਬਹੁਤ ਹੀ ਪਿਆਰਾ ਹੈ। ਇਹਦੇ ਵਿੱਚ ਸਤਿਗੁਰੂ ਜੀ ਨੇ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਪਾ ਕੇ ਸਾਨੂੰ ਨਿਵਾਜਿਆ ਹੈ ਤੇ ਇਸ ਜੀਵਨ ਦਾ ਆਧਾਰ ਗੁਰਬਾਣੀ ਹੈ। ਅਸੀਂ ਗੁਰਬਾਣੀ ਤੋਂ ਗੁਰੂ ਮੱਤ ਲੈਣੀ ਹੈ ਤੇ ਗੁਰੂ ਮੱਤ ਲੈ ਕੇ ਆਪਣੇ ਜੀਵਨ ਦੇ ਵਿੱਚ, ਆਪਣੇ ਪਰਿਵਾਰਿਕ ਜੀਵਨ ਦੇ ਵਿੱਚ, ਆਪਣੇ ਸੰਸਾਰਿਕ ਜੀਵਨ ਦੇ ਵਿੱਚ ਸੱਚ ਦੇ ਪਿੱਛੇ ਲੱਗ ਕੇ, ਸੱਚ ਨੂੰ ਸਮਝ ਕੇ ਆਪਣੇ ਘਰ ਨੂੰ ਨਿਰਮਲ ਤੇ ਜੀਕਰਤਾਰਥ ਕਰਨਾ ਹੈ। ਸੋ ਇਸੇ ਹੀ ਸੰਬੰਧ ਵਿੱਚ ਇਸੇ ਕਰਕੇ ਇਹ ਲਾਈਵ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਤਾਂ ਕਿ ਆਪਾਂ ਗੁਰਬਾਣੀ ਨਾਲ ਜੁੜ ਸਕੀਏ ਤੇ ਸਾਡੇ ਜੀਵਨ ਦੇ ਵਿੱਚ ਗੁਰਬਾਣੀ ਦੀ ਵਿਚਾਰ ਕਰ ਸਕੇ। ਇਸੇ ਆਧਾਰ ਤੇ ਸ੍ਰੀ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਪਾਵਨ ਵਿਚਾਰ ਜੋ ਹੁਣ ਤੱਕ 21 ਨੰਬਰ ਪੌੜੀ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਸਤਿਗੁਰ ਦੀ ਕਿਰਪਾ ਦੇ ਨਾਲ ਹੁਣ 22 ਨੰਬਰ ਪੌੜੀ ਦੀ ਪਹਿਲੇ ਸ਼ਲੋਕ ਦੀ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ, ਜਿਸ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ। ਸਤਿਗੁਰੂ ਜੀ ਕਹਿੰਦੇ ਨੇ, ਜੇ ਕੋਈ ਮਾਲਕ ਦੇ ਕੋਲ ਕੋਈ ਨੌਕਰ ਚਾਕਰੀ ਕਰੇ ਤੇ ਮਾਲਕ ਦੇ ਹੁਕਮ ਨੂੰ ਮੰਨੇ ਨਾ ਤੇ ਉਹਦੇ ਕੋਲ ਰਹਿ ਕੇ ਹੰਕਾਰ ਦੀਆਂ ਗੱਲਾਂ ਕਰੇ, ਮਾਲਕ ਦੇ ਕਹਿਣੇ ਵਿੱਚ ਚੱਲਣ ਦੀ ਬਜਾਏ ਉਹਦੇ ਅੱਗੇ ਜਵਾਬ ਦੇਵੇ, ਐਸਾ ਨੌਕਰ ਕਦੀ ਵੀ ਆਪਣੇ ਮਾਲਕ ਨੂੰ ਖੁਸ਼ ਨਹੀਂ ਕਰ ਸਕਦਾ ਤੇ ਨਾ ਉਹ ਆਪਣੇ ਮਾਲਕ ਦੀ ਕਸਵੱਟੀ ਤੇ ਪੂਰਾ ਉਤਰ ਸਕਦਾ। ਇਵੇਂ ਹੀ ਅੱਜ ਸਾਡਾ ਹਾਲ ਹੈ। ਅਸੀਂ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਨੂੰ ਆਪਣਾ ਮਾਲਕ ਤੇ ਕਹਿੰਦੇ ਆ, ਪਰ ਅਸੀਂ ਉਸ ਮਾਲਕ ਦੀ ਮੰਨਦੇ ਨਹੀਂ ਕਦੀ। ਅਸੀਂ ਉਹਦੀ ਰਜ਼ਾ ਦੇ ਵਿੱਚ ਨਹੀਂ ਤੁਰਦੇ, ਉਹਦੇ ਭਾਣੇ 'ਚ ਨਹੀਂ ਤੁਰਦੇ। ਜੋ ਉਸਨੇ ਸਾਨੂੰ ਜੀਵਨ ਦਿੱਤਾ ਹੈ ਅਸੀਂ ਉਹਨੂੰ ਸਵੀਕਾਰ ਨਹੀਂ ਕਰਦੇ। ਅਸੀਂ ਆਪਣੀ ਮਨਮਰਜ਼ੀ ਕਰਦੇ ਆ, ਆਪਣੀ ਮੱਤ ਚਲਾਉਂਦੇ ਆ, ਆਪਣੀ ਮੱਤ ਮੁਤਾਬਕ ਕਰਮ ਕਰਦੇ ਆ। ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਅਸੀਂ ਨਹੀਂ ਕਰਦੇ, ਅਸੀਂ ਵਾਹਿਗੁਰੂ ਵਾਹਿਗੁਰੂ ਜੀਵਾਂ ਤੋਂ ਬਹੁਤ ਕਰਦੇ ਆ, ਪਰ ਜਦੋਂ ਉਹਦੇ ਮੰਨਣ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਹੰਕਾਰ ਵਿੱਚ ਕਹਿੰਦੇ ਆ, ਮੈਂ ਗੁਰਦੁਆਰੇ ਮੈਨੂੰ ਆਉਂਦਿਆਂ ਨੂੰ ਇੰਨਾ ਚਿਰ ਹੋ ਗਿਆ, ਮੈਂ ਕਿਵੇਂ ਇਹ ਗੱਲ ਸਵੀਕਾਰ ਕਰ ਲਵਾਂ। ਅਸੀਂ ਗੁਰਮਤ ਮਰਿਆਦਾ ਨੂੰ ਜੀਵਨ ਵਿੱਚ ਫਾਲੋ ਨਹੀਂ ਕਰ ਰਹੇ। ਅਸੀਂ ਕੇਵਲ ਗੁਰੂ ਨੂੰ ਆਪਣੀਆਂ ਗੱਲਾਂ ਸਮਝਾ ਰਹੇ ਹਾਂ, ਗੁਰੂ ਦੀ ਨਹੀਂ ਮੰਨ ਰਹੇ। ਸਤਿਗੁਰੂ ਜੀ ਨੇ ਬਾਣੀ 'ਚ ਇੱਕ ਬੜਾ ਪਿਆਰਾ ਖਿਆਲ ਕਿਹਾ, ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐ ਮੇਰੇ ਗੁਰਸਿੱਖ ਮਿੱਤਰ, ਐ ਮੇਰੇ ਵੀਰ, ਐ ਮੇਰੇ ਭਰਾ, ਗੁਰੂ ਦੀ ਦੱਸੀ ਚਾਲ ਤੇ ਤੁਰ, ਗੁਰੂ ਜੀ ਦੇ ਹੁਕਮ ਨੂੰ ਜੀਵਨ ਵਿੱਚ ਵਸਾ ਤਾਂ ਕਿ ਤੇਰਾ ਜੀਵਨ ਨਿਰਮਲ, ਪਵਿੱਤਰ ਤੇ ਪਿਆਰਾ ਹੋ ਜਾਵੇ। ਕਿਉਂਕਿ ਗੁਰੂ ਦੀ ਮੱਤ ਲਿਆ ਹੀ ਤੈਨੂੰ ਇਹ ਸਮਝ ਪਵੇਗੀ ਕਿ ਆਪਣੀ ਮੈਂ ਇਸ ਜ਼ਿੰਦਗੀ ਨੂੰ ਕਿਵੇਂ ਜੀਣਾ ਹੈ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਅਸੀਂ ਸਲਾਮ ਤੇ ਕਰ ਰਹੇ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ, ਮੱਥੇ ਵੀ ਟੇਕ ਰਹੇ ਹਾਂ, ਪਰ ਅਸੀਂ ਉਹਦੀ ਮੰਨ ਨਹੀਂ ਰਹੇ। ਸਾਡੇ ਜੀਵਨ ਦੇ ਵਿੱਚ ਆਪਣੇ ਸਤਿਗੁਰ ਦਾ ਸਿਧਾਂਤ ਅਸੀਂ ਘਰ ਨਹੀਂ ਕੀਤਾ। ਇਸੇ ਕਰਕੇ ਅੱਜ ਅਸੀਂ ਦੁਚਿੱਤੀ 'ਚ ਆ, ਦੁਬਿਧਾ 'ਚ ਆ, ਕਨਫਿਊਜ਼ ਆ, ਕਿਉਂਕਿ ਅਸੀਂ ਆਪਣੀ ਮੱਤ ਮੁਤਾਬਕ ਚੱਲ ਰਹੇ ਹਾਂ। ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਸੱਪਾਂ ਦੀ ਸੇਵਾ ਕਰੀ ਜਾਂਦਾ, ਪੂਜਾ ਕਰੀ ਜਾਂਦਾ ਹੈ, ਗੁੱਗੇ ਪੀਰ ਮਨਾਈ ਜਾਂਦਾ ਹੈ, ਕੋਈ ਜਠੇਰੇ ਮਨਾਈ ਜਾਂਦਾ ਹੈ, ਕਿਉਂਕਿ ਹਰ ਇੱਕ ਤਰੀਕੇ ਨਾਲ ਅਸੀਂ ਕੇਵਲ ਤਾਂ ਕੇਵਲ ਆਪਣੀ ਮੱਤ 'ਚੋਂ ਉਪਜੀ ਹੋਈ ਅੰਨੀ ਸ਼ਰਧਾ ਦੇ ਪਿੱਛੇ ਤੁਰੇ ਹਾਂ। ਗੁਰੂ ਕੋਲੋਂ ਨਹੀਂ ਕਦੀ ਪੁੱਛਿਆ ਕਿ ਸਤਿਗੁਰੂ ਜੀ ਤੁਹਾਡੀ ਸ਼ਰਧਾ ਕੀ ਹੈ, ਤੁਸੀਂ ਕਿਸ ਸ਼ਰਧਾ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਮੇਰੇ ਵਾਸਤੇ ਜਿਹੜੀ ਸ਼ਰਧਾ ਹੈ ਉਹ ਸ਼ਰਧਾ ਇਹ ਹੈ ਕਿ ਉਹਦੇ ਵਿੱਚ ਗਿਆਨ ਹੋਣਾ ਬੜਾ ਜ਼ਰੂਰੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ। ਦੀਜੇ ਬੁੱਧ ਵਿਵੇਕਾਂ ਦੀ ਗੱਲ ਹੈ ਸਿੱਖੀ ਦੇ ਵਿੱਚ। ਹਰ ਬਾਰ-ਬਾਰ ਅਸੀਂ ਵਿਵੇਕ ਮਤ ਮੰਗਦੇ ਆ ਤਾਂ ਕਿ ਅਸੀਂ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਸਕੀਏ।
ਪਰ ਅਸੀਂ ਕੇਵਲ ਜੇ ਮੱਥੇ ਹੀ ਟੇਕਦੇ ਰਹੀਏ ਤੇ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਈਏ ਹੀ ਨਾ, ਫਿਰ ਸਾਡੀ ਵੀ ਹਾਲਤ ਉਸ ਨੌਕਰ ਵਾਲੀ ਹੈ ਜੋ ਮਾਲਕ ਦੇ ਅੱਗੇ ਚਾਕਰੀ ਤੇ ਕਰੇ, ਪਰ ਮਾਲਕ ਜਦੋਂ ਕੋਈ ਗੱਲ ਕਵੇ ਉਹਦੇ ਅੱਗੇ ਹੰਕਾਰ ਵਿੱਚ ਆਕੜ ਕੇ ਜਵਾਬ ਦੇਵੇ। ਸਭ ਕਹਿੰਦੇ ਐਸਾ ਨੌਕਰ ਗੱਲਾਂ ਕਰੇ ਘਨੇਰੀਆਂ, ਕਸਮ ਨਾ ਪਾਏ ਸਾਧ। ਗੱਲਾਂ ਤੇ ਬਹੁਤ ਕਰਦਾ ਹੈ ਉੱਚੀਆਂ ਉੱਚੀਆਂ, ਪਰ ਕਦੀ ਪ੍ਰਮਾਤਮਾ ਦੇ, ਕਦੀ ਆਪਣੇ ਮਾਲਕ ਦੇ ਨਾਲ ਰਿਸ਼ਤਾ ਨਹੀਂ ਬਣਾ ਪਾਉਂਦਾ। ਅਸੀਂ ਵੀ ਕਰਨੀ ਤੇ ਹੈ, ਕਥਨੀ ਤੇ ਹੈ, ਪਰ ਸਾਡੀ ਕਰਨੀ ਨਹੀਂ। ਅਸੀਂ ਕਥਨੀ ਬੜੀ ਉੱਚੀ ਉੱਚੀ ਕਰਦੇ ਹਾਂ, ਬਹੁਤ ਵੱਖ-ਵੱਖ ਤਰੀਕੇ ਨਾਲ ਦਲੀਲਾਂ ਦਿੰਦੇ ਹਾਂ, ਆਪਣੀਆਂ ਸਿਆਣਪਾਂ ਦੇ ਘੋੜੇ ਦੜਾਉਂਦੇ ਹਾਂ, ਪਰ ਜਦੋਂ ਜੀਵਨ ਦੇ ਵਿੱਚ ਕਰਨੀ ਦੀ ਗੱਲ ਆਉਂਦੀ ਹੈ, ਸਾਡੇ ਵਿੱਚ ਕਰਨੀ ਨਹੀਂ ਹੈ। ਅਸੀਂ ਗੁਰੂ ਦੇ ਹੁਕਮਾਂ ਤੋਂ ਮੁਨਕਰ ਹੋ ਜਾਂਦੇ ਹਾਂ, ਗੁਰੂ ਦੇ ਸਿਧਾਂਤਾਂ ਤੋਂ ਮੁਨਕਰ ਹੋ ਜਾਂਦੇ ਹਾਂ। ਇਸੇ ਕਰਕੇ ਸਾਹਿਬ ਕਹਿੰਦੇ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖ ਕਥਨੀ ਤੇ ਬੜੀ ਸੋਹਣੀ ਕਰਦਾ ਹੈ, ਕਿਆ ਬਾਤ ਹੈ, ਕਿੰਨੇ ਸੋਹਣੇ ਵਿਚਾਰ ਨੇ, ਪਰ ਉਹ ਵਿਚਾਰ ਹੀ ਨੇ, ਜੀਵਨ ਵਿੱਚ ਲਾਗੂ ਨਹੀਂ ਹਨ, ਜੀਵਨ ਦੇ ਵਿੱਚ ਫਾਲੋ ਨਹੀਂ ਹਨ। ਜਦ ਤੱਕ ਅਸੀਂ ਜੀਵਨ ਦੇ ਵਿੱਚ ਕਰਨੀ ਆਪਣੇ 'ਚ ਤੇ ਕਥਨੀ ਇੱਕ ਨਹੀਂ ਕਰਦੇ, ਰਹਿਣੀ ਰਹਿਤ ਵਿੱਚ ਨਹੀਂ ਆਉਂਦੇ, ਗੁਰਬਾਣੀ ਦੇ ਵਿੱਚ ਨਹੀਂ ਟਿਕਦੇ, ਸਿਧਾਂਤ ਨੂੰ ਜੀਵਨ ਵਿੱਚ ਨਹੀਂ ਅਪਣਾਉਂਦੇ, ਸਾਡੀ ਜ਼ਿੰਦਗੀ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਮੁਤਾਬਕ ਨਹੀਂ ਬਣਦੀ, ਤਦ ਤੱਕ ਸਾਡੀ ਜ਼ਿੰਦਗੀ ਵੀ ਦੁਸ਼ਵਾਰ ਰਹੇਗੀ। ਅਸੀਂ ਦੁਬਿਧਾ 'ਚ ਰਵਾਂਗੇ, ਪਰੇਸ਼ਾਨੀਆਂ 'ਚ ਰਵਾਂਗੇ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਤੇ ਸਾਹਿਬ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਹਾਂ ਭਾਈ, ਜੇ ਆਪਣੇ ਵਿੱਚੋਂ ਮੈਂ ਖਤਮ ਕਰ ਦਵੇਂ, ਹਉਮੈ ਖਤਮ ਕਰ ਦਵੇਂ, ਹੰਕਾਰ ਖਤਮ ਕਰ ਦਵੇਂ, ਤਾਂ ਕੁਝ ਮਾਣ ਪ੍ਰਭੂ ਦੇ ਘਰ ਦੇ ਵਿੱਚ ਮਿਲ ਸਕਦਾ ਹੈ। ਆਪਣੇ ਮਾਲਕ ਨੂੰ ਚੰਗਾ ਲੱਗਣ ਵਾਸਤੇ ਆਪਣੇ ਵਿੱਚੋਂ ਮੈਂ ਮਾਰਨੀ ਪਵੇਗੀ। ਸੇਵਾ ਕਰਨਾ, ਬਰਤਨ ਮਾਂਜਣੇ, ਚੌਰ ਸਾਹਿਬ ਕਰਨਾ, ਰੁਮਾਲੇ ਚੜਾਉਣੇ, ਪਾਲਕੀ ਦੀ ਸੇਵਾ ਕਰਨੀ, ਪਾਣੀ ਦੀ ਸੇਵਾ ਕਰਨੀ, ਪੱਖੇ ਦੀ ਸੇਵਾ ਕਰਨੀ, ਇਹ ਇੱਕ ਸੇਵਾ ਦੇ ਪੱਖ ਨੇ। ਪਰ ਸਭ ਤੋਂ ਵੱਡੀ ਸੇਵਾ ਕੀ ਹੈ? ਹਰ ਕੀ ਟੈਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਪ੍ਰਮਾਤਮਾ ਦੇ ਨਾਮ ਨੂੰ ਜਪਣਾ, ਉਹਦੇ ਹੁਕਮ ਦੇ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਉਹਦੀ ਰਜ਼ਾ ਦੇ ਵਿੱਚ ਰਹਿਣਾ, ਕੁਦਰਤ ਦਾ ਸਤਿਕਾਰ ਕਰਨਾ, এনवायरमेंट ਦਾ ਸਤਿਕਾਰ ਕਰਨਾ, ਹਰ ਇੱਕ ਪੱਖ ਤੋਂ ਨਿਰਮਲਤਾ ਹੀ ਰੱਖਣੀ, ਇਹ ਹੈ ਉਹਦਾ ਹੁਕਮ ਮੰਨਣਾ, ਉਹਦੀ ਰਜ਼ਾ ਮੰਨਣੀ, ਉਹਦੇ ਭਾਣੇ 'ਚ ਤੁਰਨਾ। ਹੁਣ ਜੇ ਬਾਹਰ ਦੀ ਸੇਵਾ ਤੇ ਹੈ, ਪਰ ਜਦੋਂ ਮਾਲਕ ਦਾ ਹੁਕਮ ਮੰਨਣ ਦੀ ਗੱਲ ਆਵੇ, ਉਦੋਂ ਅਸੀਂ ਆਖੀਏ ਨਹੀਂ, ਸਾਡੇ ਕੋਲ ਨਹੀਂ ਮੰਨਿਆ ਜਾਂਦਾ, ਫਿਰ ਸੱਚ ਜਾਣਿਓ ਇਹ ਬਾਹਰ ਦੀਆਂ ਸੇਵਾਵਾਂ ਵੀ ਗੁਰੂ ਨੂੰ ਨਹੀਂ ਪਾ ਸਕਦੀਆਂ, ਕਿਉਂਕਿ ਬੱਧਾ ਚੱਟੀ ਹੈ, ਇਹਦੇ ਵਿੱਚ ਪਵਿੱਤਰਤਾ ਤੇ ਪਿਆਰ ਨਹੀਂ ਹੈ। ਹਿਰਦੇ ਤੋਂ ਸੇਵਾ ਕੀਤੀ, ਨਾਲ ਗੁਰੂ ਦੇ ਹੁਕਮ ਨੂੰ ਮੰਨ ਕੇ ਸੇਵਾ ਕੀਤੀ, ਉਹੀ ਪ੍ਰਵਾਨ ਹੋ ਸਕਦੀ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਜਦੋਂ ਆਪਣੇ ਵਿੱਚੋਂ ਮੈਂ ਖਤਮ ਕਰ ਦਵੇਗਾ, ਮੈਂ ਮੇਰੀ ਖਤਮ ਕਰ ਦਵੇਗਾ, ਤਾਂ ਸੇਵਾ ਕਰੇਗਾ। ਸਭ ਕਹਿੰਦੇ ਤਾਂ ਕੁਝ ਮਾਣ ਮਿਲ ਸਕਦਾ ਹੈ, ਸਨਮਾਨ ਮਿਲ ਸਕਦਾ ਹੈ। ਪਰ ਸੱਚ ਜਾਣਿਓ, ਇਹ ਸੇਵਾ ਕਰਦਿਆਂ ਕਰਦਿਆਂ ਮਨੁੱਖ ਹੰਕਾਰੀ ਹੋ ਗਏ ਨੇ, ਮਨੁੱਖ ਹਉਮੈ ਦੇ ਵਿੱਚ ਨੇ। ਮੈਂ ਕਈ ਵਾਰੀ ਹੈਰਾਨ ਹੁੰਦਾ, ਧੰਨ ਹੋਣਗੇ ਭਾਈ ਕਪੂਰ ਸਿੰਘ ਜੀ, ਜਿਨ੍ਹਾਂ ਨੂੰ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੇ ਘਰ ਦਾ ਐਸਾ ਪਿਆਰ ਮਿਲਿਆ, ਨਵਾਬੀ ਪੈਰਾਂ ਦੇ ਵਿੱਚ ਅੱਡ ਗਈ, ਪਰ ਹੱਥ ਜੋੜ ਕੇ ਕਹਿੰਦੇ ਨੇ ਇਹ ਪੰਜ ਸਿੱਖਾਂ ਦਾ ਜਥੇਦਾਰ ਦਾ ਹੁਕਮ ਹੈ, ਪੰਜ ਪਿਆਰਿਆਂ ਦਾ ਹੁਕਮ ਹੈ, ਪੰਥ ਖਾਲਸੇ ਦਾ ਹੁਕਮ ਹੈ। ਮੈਂ ਸਿਰ ਮੱਥੇ ਤੇ ਨਵਾਬੀ ਕਬੂਲ ਕਰਦਾ ਹਾਂ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਕੋਲੋਂ ਘੋੜਿਆਂ ਦੀ ਜਿਹੜੀ ਮੈਂ ਲਿੱਧ ਦੀ ਸੇਵਾ ਕਰਦਾ, ਪੱਖਾ ਚੱਲਣ ਦੀ ਸੇਵਾ ਕਰਦਾ, ਇਹ ਮੈਂ ਸੰਗਤ ਦੀ ਇਵੇਂ ਕਰਦਾ ਰਹਿਣਾ ਚਾਹੁੰਦਾ। ਹੁਣ ਜੇ ਕੋਈ ਨਵਾਬ ਹੋਵੇ, ਉਹ ਥੋੜੀ ਇਹ ਸੇਵਾ ਕਰੂਗਾ, ਪਰ ਨਵਾਬ ਹੋਣ ਦੇ ਬਾਵਜੂਦ ਵੀ ਸੰਗਤ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਸਤਿਗੁਰੂ ਜੀ ਆਪ ਸੇਵਾਵਾਂ ਸਤਿਗੁਰੂ ਦੇ ਘਰ ਦੀਆਂ ਕਰਦੇ ਰਹੇ। ਗੁਰੂ ਸਾਹਿਬ ਨੇ ਕਿਤੇ ਬਹਿ ਕੇ ਪ੍ਰਸ਼ਾਦਾ ਨਹੀਂ ਛਕਿਆ, ਆਪ ਸੇਵਾ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਨੇ, ਭਾਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਸੇਵਾਵਾਂ ਕਰਦੇ ਹਨ, ਕਿਉਂਕਿ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਸਭ ਤੋਂ ਵੱਡੀ ਸਿਧਾਂਤਕ ਸੇਵਾ ਗੁਰੂ ਸਿਧਾਂਤਾਂ ਤੇ ਤੁਰਨਾ, ਗੁਰੂ ਦੇ ਹੁਕਮ ਵਿੱਚ ਤੁਰਨਾ ਮੰਨਦੇ ਹਨ। ਪਰ ਸੁਭਾਵਕ ਹੈ, ਮਨੁੱਖ ਜਿਵੇਂ ਜਿਵੇਂ ਗੁਣ ਦੇ ਪਿੱਛੇ ਤੁਰਦਾ ਹੈ, ਇਹਦੇ ਅੰਦਰ ਹਉਮੈ ਆਉਣ ਲੱਗ ਪੈਂਦੀ ਹੈ। ਇਹ ਫਿਰ ਸੇਵਾ ਕਰਕੇ ਚਾਹੁੰਦਾ ਹੈ ਕਿ ਮੇਰੀ ਹਉਮੈ ਦੀ ਵੀ ਗੱਲਬਾਤ ਚੱਲੇ, ਲੋਕੀ ਕਹਿਣ ਇਹ ਬੜਾ ਵੱਡਾ ਸੇਵਾਦਾਰ ਹੈ, ਪਰ ਇਹ ਚੀਜ਼ ਸੇਵਾ ਨੂੰ ਮਿੱਟੀ ਕਰ ਦਿੰਦੀ ਹੈ। ਸੇਵਾ ਕਰਕੇ ਹਮੇਸ਼ਾ ਨਿਮਰਤਾ 'ਚ ਰਹਿਣਾ ਹੈ, ਪਿਆਰ 'ਚ ਰਹਿਣਾ ਹੈ, ਹਲੀਮੀ 'ਚ ਰਹਿਣਾ ਹੈ। ਜਿਹੜਾ ਇਹੋ ਜੀ ਸੇਵਾ ਕਰਦਾ ਹੈ, ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਸਭ ਕਹਿੰਦੇ ਤਾਂ ਹੀ ਇਹ ਨਾਨਕ ਉਸ ਮਨੁੱਖ ਨੂੰ, ਆਪਣੇ ਮਾਲਕ ਨੂੰ ਉਹ ਮਿਲ ਪੈਂਦਾ ਹੈ, ਤਾਂ ਹੀ ਉਹ ਆਪਣੇ ਮਾਲਕ ਦੇ ਨਾਲ ਮਿਲਾਪ ਹਾਸਲ ਕਰ ਸਕਦਾ ਹੈ, ਉਹਦੇ ਘਰ ਦੇ ਵਿੱਚ ਪ੍ਰਵਾਨ ਹੋ ਸਕਦਾ ਹੈ, ਜੇ ਆਪਣੇ ਮਾਲਕ ਦੇ ਕਹਿਣੇ 'ਚ ਤੁਰੇ,
ਉਹਦੀ ਰਜ਼ਾ 'ਚ ਤੁਰੇ, ਉਹਦੇ ਭਾਣੇ 'ਚ ਤੁਰੇ, ਉਹਦੇ ਦਰ ਦੇ ਉੱਤੇ ਬਹਿ ਕੇ ਉਹਦੇ ਹੁਕਮ ਨੂੰ ਕਬੂਲ ਕਰੇ, ਤਾਂ ਹੀ ਉਹਦੇ ਘਰ ਦੇ ਵਿੱਚ ਉਹ ਪ੍ਰਵਾਨ ਹੋ ਸਕਦਾ ਹੈ। ਅਗਲਾ ਸ਼ਲੋਕ ਹੈ ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ, ਮੂਕਾ ਕੇ ਆਵਾਓ। ਸਤਿਗੁਰੂ ਕਹਿੰਦੇ ਜੋ ਕੁਝ ਇਹ ਆਪਣੇ ਮਨ ਦੇ ਭਾਂਡੇ ਵਿੱਚ ਪਾ ਰਿਹਾ ਹੈ, ਉਹੀ ਕੁਝ ਇਹਦੇ ਮੁਖ ਤੋਂ ਨਿਕਲਦਾ ਹੈ। ਜੇ ਇਸਨੇ ਆਪਣੇ ਮਨ ਰੂਪੀ ਭਾਂਡੇ ਦੇ ਵਿੱਚ ਕੇਵਲ ਵਿਕਾਰ ਪਾਏ ਨੇ, ਕੇਵਲ ਗੰਦਗੀ ਪਾਈ ਹੈ, ਕੇਵਲ ਈਰਖਾ ਪਾਈ ਹੈ, ਕੇਵਲ ਨਫ਼ਰਤ ਪਾਈ ਹੈ, ਤੇ ਆਸ ਕਰੇ ਕਿ ਵਿੱਚੋਂ ਪਵਿੱਤਰਤਾ ਨਿਕਲ ਆਵੇਗੀ, ਸਤਿਗੁਰੂ ਕਹਿੰਦੇ ਨਹੀਂ। ਅੱਜ ਤੱਕ ਪਾਇਆ ਜ਼ਹਿਰ ਹੈ, ਪਾਏ ਵਿਕਾਰ ਨੇ, ਪਾਈ ਗੰਦਗੀ ਹੈ। ਜੋ ਜੀ ਹੋਏ ਸੋ ਉਗਵੈ, ਜੋ ਕੁਝ ਵਿੱਚ ਪਾਇਆ ਹੈ ਉਹੀ ਬਾਹਰ ਨਿਕਲੇਗਾ। ਮੂੰਹ ਕਾ ਕੇ ਆਵਾਓ। ਸਤਿਗੁਰੂ ਕਹਿੰਦੇ ਨੇ ਮੂੰਹ ਤੋਂ ਵੀ ਉਹੀ ਬਚਨ ਨਿਕਲਣਗੇ। ਜਿਸ ਮਨੁੱਖ ਦੇ ਮੂੰਹ ਤੇ ਗੰਦਗੀ ਹੋਵੇ ਉਹ ਤਾਂ ਗੰਦਗੀ ਹੈ ਕਿਉਂਕਿ ਉਹਦੇ ਅੰਦਰ ਗੰਦਗੀ ਭਰੀ ਹੋਈ ਹੈ। ਕਿਉਂਕਿ ਜਿਹਦੇ ਅੰਦਰ ਪਵਿੱਤਰਤਾ ਹੋਵੇਗੀ ਉਹ ਮੂੰਹ ਤੋਂ ਗੰਦਗੀ ਵਾਲੇ ਬੋਲ ਨਹੀਂ ਬੋਲੇਗਾ। ਉਹਦੇ ਮੂੰਹ ਤੇ ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੇ ਸਦਾ ਨੈਣੀ। ਉਹਦੀਆਂ ਅੱਖਾਂ ਅੰਮ੍ਰਿਤ ਵੇਖਣਗੀਆਂ, ਉਹਦੀ ਬੋਲੀ ਅੰਮ੍ਰਿਤ ਦੀ ਹੋਵੇਗੀ, ਉਹਦਾ ਸੁਭਾਅ ਅੰਮ੍ਰਿਤ ਦਾ ਹੋਵੇਗਾ, ਉਹਦੇ ਅੰਦਰ ਪਵਿੱਤਰਤਾ ਹੋਵੇਗੀ, ਨਿਰਮਲਤਾਈ ਹੋਵੇਗੀ। ਉਹ ਕਦੀ ਕਿਸੇ ਦਾ ਮਾੜਾ ਨਹੀਂ ਕਰੇਗਾ ਕਿਉਂਕਿ ਉਹਦੇ ਅੰਦਰ ਨਿਰਮਲਤਾਈ ਹੈ, ਉਹਦੇ ਅੰਦਰ ਪਵਿੱਤਰਤਾ ਹੈ। ਸਾਹਿਬ ਜੀ ਕਹਿੰਦੇ ਅਗਲੇ ਬਚਨ ਦੇ ਵਿੱਚ, ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਓ। ਕਹਿੰਦੇ ਦੇਖੋ ਇਸ ਮਨੁੱਖ ਦੀ ਹਾਲਤ, ਬੀਜਦਾ ਜ਼ਹਿਰ ਹੈ ਤੇ ਪਾਉਣਾ ਅੰਮ੍ਰਿਤ ਚਾਹੁੰਦਾ ਹੈ। ਬੀਜਿਆ ਜ਼ਹਿਰ ਹੈ, ਪ੍ਰਾਪਤੀ ਅੰਮ੍ਰਿਤ ਦੀ ਕਰਨਾ ਚਾਹੁੰਦਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜ਼ਹਿਰ ਬੀਜ ਰਹੇ ਹਾਂ। ਜੇ ਹਾਂ ਬੀਜੈ ਸੋ ਲੁਣੈ ਕਰਮਾ ਸੁੰਦੜਾ ਕੇ, ਉਹੀ ਕੁਝ ਅਸੀਂ ਪ੍ਰਾਪਤ ਕਰਾਂਗੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਬੜਾ ਧਿਆਨ ਦਿਆ ਕਰ। ਮੈਂ ਕਈ ਵਾਰੀ ਬੇਨਤੀ ਕਰਦਾ, ਮਨੁੱਖ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਖਰੀਦਣੀਆਂ ਚਾਹੁੰਦਾ ਹੈ, ਮਹਿੰਗੇ ਤੋਂ ਮਹਿੰਗੇ ਬੰਗਲੇ ਖਰੀਦਣਾ ਚਾਹੁੰਦਾ ਹੈ, ਪਰ ਹੁਣ ਕੋਈ BMW ਵਿੱਚ ਮਿੱਟੀ ਦਾ ਤੇਲ ਥੋੜੀ ਪਾਊਗਾ। ਪਰ ਕਮਾਲ ਦੀ ਗੱਲ ਹੈ, ਜਿਹੜੀ ਇਹ ਹੀਰੇ ਵਰਗੀ ਅਰਬਾਂ ਤੋਂ ਖਰਬਾਂ ਤੋਂ ਜਿਹੜੀ ਬੇਸ਼ੁਮਾਰ ਕੀਮਤੀ ਹੈ ਬਾਡੀ ਪ੍ਰਮਾਤਮਾ ਨੇ ਦਿੱਤੀ ਹੈ, ਇਹਦੇ ਵਿੱਚ ਸਮੈਕ ਪਾ ਰਿਹਾ ਹੈ, ਸ਼ਰਾਬ ਪਾ ਰਿਹਾ ਹੈ, ਗੰਦਗੀ ਦੇ ਨਸ਼ੇ ਪਾ ਰਿਹਾ ਹੈ, ਇਤਨਾ ਗੰਦ ਇਹਦੇ ਅੰਦਰ ਲੈ ਕੇ ਜਾ ਰਿਹਾ ਹੈ ਤੇ ਸੋਚਦਾ ਹੈ ਕਿ ਇਹ ਪਵਿੱਤਰ ਹੋ ਜਾਵੇਗੀ। ਉਹ BMW ਭਾਈ ਕਿਸੇ ਕੰਮ ਦੀਆਂ ਨਹੀਂ ਜੇ ਇਹ ਹਿਰਦਾ ਨਿਰਮਲ ਨਹੀਂ। ਇਸ ਕਰਕੇ ਸਭ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਇਹ ਵੇਖ ਤੂੰ ਆਪਣੀ ਬਾਡੀ ਵਿੱਚ ਕੀ ਪਾ ਰਿਹਾ ਹੈ। ਗੰਦਗੀ ਨਾ ਇਸ ਬਾਡੀ ਵਿੱਚ ਪਾ, ਕਿਉਂਕਿ ਇਹ ਘਰ ਪ੍ਰਮਾਤਮਾ ਹੈ। ਹਰਮੰਦਰ ਇਹ ਸਰੀਰ ਹੈ। ਇਹ ਸਰੀਰ ਹਰਮੰਦਰ ਬਣਾ, ਇਹਦੇ ਵਿੱਚ ਪਵਿੱਤਰਤਾ ਲੈ ਕੇ ਜਾ, ਨਿਰਮਲਤਾ ਹੀ ਲੈ ਕੇ ਜਾ, ਤਾਂ ਕਿ ਜੀਭ ਤੋਂ ਵੀ ਨਿਰਮਲਤਾ ਹੀ ਨਿਕਲੇ। ਸੋ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬੋਲਾਂ ਦੇ ਵਿੱਚ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਥ ਤੋਂ ਉੱਪਰ ਉੱਠ ਕੇ ਸਕਾਰਥ ਤੇ ਨਿਰਮਲ ਤਾਂ ਕਰ ਸਕਦੇ ਹਾਂ ਜੇ ਅਸੀਂ ਸੰਭਲਾਂਗੇ, ਆਪਣੇ ਜੀਵਨ ਨੂੰ ਸੱਚ ਨਾਲ ਜੋੜਾਂਗੇ। ਆਸਾ ਜੀ ਕੀ ਵਾਰ ਦੇ 22 ਨੰਬਰ ਸ਼ਲੋਕ ਦਾ ਪਹਿਲੇ 2 ਸ਼ਲੋਕਾਂ ਦੀ ਵਿਚਾਰ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਜੀਵਨ ਦੇ ਵਿੱਚ ਘਰ ਘਰ ਜਾਣ, ਅਸੀਂ ਗੁਰਮਤਿ ਦੇ ਧਾਰਨੀ ਹੋ ਜਾਈਏ, ਗੁਰੂ ਵਾਲੇ ਬਣੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਭੁੱਲ ਗਲਤੀ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।